ਖੇਡਾਂ ਖੇਡ ਖੇਡ ਤੂੰ ਥੱਕ ਚੱਲਿਆ, ਜੋ ਹੈ ਨੇ ਬੜੇ ਪ੍ਰਕਾਰ ਦੀਆਂ, ਪਰ ਬਿਨਾਂ ਜੀਵਨ ਦੀ ਬਾਜੀ ਨੂੰ ਸਰ ਕੀਤੇ ਸਭ ਖੇਡਾਂ ਨੇ ਖੱਜਲ ਖੁਆਰਦੀਆਂ। ਉਹ ਜ਼ਮੀਰ ਦੀ ਲਾਹਨਤ ਤੋਂ ਬਚ ਜਾਂਦੇ, ਜੋ ਖੇਡਾਂ ਖੇਡਦੇ ਨੇ ਸਦਗੁਣੀ ਕਾਰ ਦੀਆਂ। ਮਨਬੀਰ ਕਰਨ ਕਮਾਈਆਂ, ਜੋ ਮੌਲਾ ਨੂੰ ਰੱਖ ਮੂਹਰੇ, ਉਹ ਕਿਸਮਤਾਂ ਕਦੇ ਨਹੀਂ ਹਾਰਦੀਆਂ, ਉਹ ਕਿਸਮਤਾਂ ਕਦੇ ਨਹੀਂ ਹਾਰਦੀਆਂ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਅੱਜ ਮੇਰੇ ਵਿਚਾਰ ਦਾ ਕੇਂਦਰ ਹੈ ਜੀਵਨਬਾਜੀ। ਕੋਈ ਵੀ ਖਿਡਾਰੀ ਕਿਸੇ ਖੇਡ ਨੂੰ ਖੇਡਣ ਲੱਗਿਆਂ ਆਪਣੇ ਮਨ ਵਿੱਚ ਇੱਕ ਚਾਹਨਾ ਰੱਖ ਖੇਡ ਦੇ ਮੈਦਾਨ ਵਿੱਚ ਉਤਰਦਾ ਹੈ ਤੇ ਉਹ ਚਾਹਨਾ ਹੁੰਦੀ ਹੈ ਕਿ ਮੈਂ ਇਸ ਖੇਡ ਦੀ ਬਾਜੀ ਨੂੰ ਜੀ ਜਾਨ ਲਾ ਕੇ ਜਿੱਤਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਖੇਡ ਦੀ ਬਾਜੀ ਨੂੰ ਜਿੱਤਣਾ ਹਰ ਖਿਡਾਰੀ ਦਾ ਜਨੂਨ ਹੁੰਦਾ ਹੈ। ਪਰ ਖੇਡ ਸਿਰਫ ਉਹੀ ਨਹੀਂ ਜੋ ਖੇਡ ਦੇ ਮੈਦਾਨ ਵਿੱਚ ਖੇਡੀ ਜਾਂਦੀ ਹੈ, ਬਲਕਿ ਖੇਡ ਇਸ ਪੂਰੀ ਕੁਦਰਤ ਕਾਇਨਾਤ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਚੱਲਦੀ ਪਈ ਆ। ਸੂਰਜ ਦੀਆਂ ਕਿਰਨਾਂ ਦੀ ਰੌਸ਼ਨੀ, ਰਾਤ ਦਾ ਹਨੇਰਾ, ਦਰਿਆਵਾਂ ਦਾ ਵਹਿਣਾ, ਹਵਾ ਦਾ ਸ਼ੂਕਣਾ, ਤਾਰਿਆਂ ਦਾ ਟਿਮਟਿਮਾਉਣਾ, ਬਨਸਪਤੀ ਦਾ ਲਹਿਰਾਉਣਾ ਆਦਿ ਸਭ ਇਸ ਕੁਦਰਤ ਦੀ ਖੇਡ ਦਾ ਹੀ ਇੱਕ ਹਿੱਸਾ ਨੇ। ਪਸ਼ੂ, ਪੰਛੀ, ਜੀਵ ਜੰਤ ਤੇ ਜਾਨਵਰ ਸਭ ਆਪਣੇ ਜੀਵਨ ਦੇ ਵਿੱਚ ਨਿੱਕੀਆਂ-ਨਿੱਕੀਆਂ ਖੇਡਾਂ ਖੇਡਣ ਵਿੱਚ ਵਲੀਨ ਰਹਿੰਦੇ ਨੇ। ਕਾਰੀਗਰੀ ਦੇ ਮਾਹਰ ਇਹ ਨਿੱਕੇ-ਨਿੱਕੇ ਪੰਛੀ ਬੜੀ ਰੀਝ ਨਾਲ ਆਪਣੇ ਆਲ੍ਹਣੇ ਬਣਾ ਨਿੱਕੇ-ਨਿੱਕੇ ਬੋਟਾਂ ਨੂੰ ਪਾਲਣ ਦੇ ਲਈ ਖੇਡਾਂ ਖੇਡਦੇ ਨੇ, ਕਿਉਂਕਿ ਪੇਟ ਦੀ ਭੁੱਖ ਸਭ ਨੂੰ ਕਿਸੇ ਨਾ ਕਿਸੇ ਆਰੇ ਲਾ ਕਿਸੇ ਨਾ ਕਿਸੇ ਖੇਡ ਵਿੱਚ ਖਿਡਾਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਇਸ ਮਨੁੱਖਾ ਜੀਵਨ ਦਾ ਹਰ ਪਹਿਲੂ ਕਿਸੇ ਨਾ ਕਿਸੇ ਖੇਡ ਦਾ ਕੋਈ ਨਾ ਕੋਈ ਹਿੱਸਾ ਬਣ ਇਨਸਾਨ ਨੂੰ ਖੇਡਾਂ ਖੇਡਣ ਲਾਈ ਰੱਖਦਾ ਹੈ। ਤੇ ਇਸ ਜੀਵਨ ਦੀ ਖੇਡ ਦੀ ਸ਼ੁਰੂਆਤ ਹੁੰਦੀ ਏ ਬਚਪਨ ਦੀ ਇੱਕ ਨਿੱਕੀ ਜਿਹੀ ਉਸ ਖੇਡ ਤੋਂ, ਜਿਸ ਖੇਡ ਨੂੰ ਬੱਚਾ ਨਿੱਕੇ-ਨਿੱਕੇ ਖਿਡੌਣਿਆਂ ਨਾਲ ਖੇਡਦਾ ਬੜਾ ਖੁਸ਼ ਹੁੰਦਾ ਹੈ ਤੇ ਫਿਰ ਖਿਡੌਣਿਆਂ ਦੀ ਖੇਡ ਹਾਣੀਆਂ ਦੀ ਖੇਡ ਵਿੱਚ ਤਬਦੀਲ ਹੁੰਦੀ ਏ। ਇਸੇ ਹੀ ਤਰ੍ਹਾਂ ਜੀਵਨ ਦੇ ਅਗਲੇ ਪੜਾਵਾਂ ਵੱਲ ਵੱਧਦਾ ਇਹ ਜੀਵ ਧਨ ਦੌਲਤ, ਜ਼ਮੀਨ ਜਾਇਦਾਦ, ਰੁਤਬੇ ਤੇ ਸ਼ੋਹਰਤ ਨੂੰ ਪਾਉਣ ਲਈ ਕਈ ਦਾਅ ਪੇਚ ਦੀਆਂ ਖੇਡਾਂ ਖੇਡਣ ਵਿੱਚ ਮਸਤ ਹੋਇਆ ਰਹਿੰਦਾ ਹੈ। ਇਸ ਇਨਸਾਨ ਨੇ ਸਾਰਾ ਹੀ ਜੀਵਨ ਖੇਡਾਂ ਤਾਂ ਬਹੁਤ ਖੇਡੀਆਂ, ਪਰ ਖੇਡੀਆਂ ਸਿਰਫ ਜੀਵਨ ਨੂੰ ਜਿਉਣ ਤੱਕ। ਤਾਂ ਹੀ ਤਾਂ ਇਸ ਜੀਵਨ ਬਾਜੀ ਨੂੰ ਜਿੱਤਣ ਵਾਲੀ ਖੇਡ ਖੇਡਣ ਤੋਂ ਅਸੀਂ ਇਨਸਾਨ ਵਾਂਝੇ ਹੀ ਰਹਿ ਗਏ, ਕਿਉਂਕਿ ਖੇਡਾਂ ਦੋ ਤਰਫੀਆਂ ਨੇ, ਇੱਕ ਸਥੂਲ ਦੀ ਤੇ ਇੱਕ ਸੂਖਮ ਦੀ, ਤੇ ਇਹਨਾਂ ਖੇਡਾਂ ਨੂੰ ਖੇਡਣ ਵਾਲਾ ਜੀਵਨ ਸਿਰਫ ਇੱਕ। ਤੇ ਇਸ ਜੀਵਨ ਨੂੰ ਮਨੁੱਖ ਸਥੂਲ ਤਲ ਦੀ ਦਿਖਦੀ ਖੇਡ ਖੇਡਣ ਵੱਲ ਲਾਉਂਦਾ ਆ ਤੇ ਸੂਖਮ ਤਲ ਦੀ ਖੇਡ ਦੀ ਬਾਜੀ ਜਿੱਤਣ ਵਾਲਾ ਸਮਾਂ ਹੱਥੋਂ ਗਵਾ ਬਹਿੰਦਾ ਆ। ਤੇ ਜਦੋਂ ਜਿੱਤਿਆ ਨਹੀਂ ਜਾਂਦਾ, ਫਿਰ ਹਾਰੀ ਹੋਈ ਬਾਜੀ ਦੇ ਕਾਰਨ ਇਹ ਦੁਬਾਰਾ ਸਥੂਲ ਦੀ ਖੇਡ ਖੇਡਣ ਲਈ ਕਈ ਜਨਮਾਂ ਤੋਂ ਇਸ ਸੰਸਾਰ ਭਵਸਾਗਰ ਦੇ ਚੱਕਰ ਕੱਟਦਾ ਰਹਿੰਦਾ ਆ। ਜੰਮ ਮਰੈ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ ਲੰਮੇ। ਕਿਉਂਕਿ ਚੱਕਰ ਓਨਾ ਚਿਰ ਤੱਕ ਮੁੱਕਣਾ ਹੀ ਨਹੀਂ ਜਿੰਨਾ ਚਿਰ ਤੱਕ ਜੀਵਨ ਬਾਜੀ ਨੂੰ ਜਿੱਤਣ ਵਾਲੀ ਖੇਡ ਨਾ ਖੇਡੀ। ਹੁਣ ਜੇ ਸੋਚੀਏ ਕਿ ਇਹ ਜੀਵਨ ਬਾਜੀ ਜਿੱਤੀ ਕਿਉਂ ਨਹੀਂ ਜਾਂਦੀ, ਤਾਂ ਕਬੀਰ ਸਾਹਿਬ ਆਖਦੇ ਨੇ, ਦੀਨ ਬਿਸਾਰਿਓ ਰੇ ਦੀਵਾਨੇ, ਦੀਨ ਬਿਸਾਰਿਓ ਰੇ, ਪੇਟ ਭਰਿਓ ਪਸ਼ੂਆ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ। ਇਨਸਾਨ ਬਾਜੀ ਹਾਰਦਾ ਆ ਕਿਉਂਕਿ ਦੁਨੀ ਲਈ ਦੀਨ ਨੂੰ ਵਿਸਾਰ ਦਿੱਤਾ। ਖਾਣ ਪੀਣ ਭੋਗਣ ਦੀ ਬਾਹਰੀ ਖੇਡ ਵਿੱਚ ਰੁੱਝਾ ਇਹ ਇਨਸਾਨ ਇਸ ਜੀਵਨ ਦੇ ਅਸਲ ਮਨੋਰਥ ਨੂੰ ਅੱਖੋਂ ਅਣਗੌਲਿਆਂ ਕਰ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦੀ ਸਮਝ ਮੁਤਾਬਕ ਉਸ ਅੰਦਰ ਵਾਲੀ ਖੇਡ ਤੋਂ ਨਾਵਾਕਿਫ ਹੋ ਗਿਆ, ਜਿਸ ਖੇਡ ਨੂੰ ਖੇਡਣ ਲਈ ਇਹ ਮਨੁੱਖਾ ਦੇਹੀ ਇੱਕ ਅਵਸਰ ਦੇ ਰੂਪ ਵਿੱਚ ਇਸ ਮਨੁੱਖ ਦੇ ਹੱਥ ਆਈ ਸੀ। ਹੁਣ ਇੱਥੇ ਇਸ ਪਹਿਲੂ ਤੇ ਝਾਤ ਪਾਉਣੀ ਵੀ ਬੜੀ ਜ਼ਰੂਰੀ ਆ ਕਿ ਮਨੁੱਖ ਲਈ ਅੰਦਰ ਦੀ ਖੇਡ ਨੂੰ ਖੇਡਣਾ ਕਿਉਂ ਜ਼ਰੂਰੀ ਆ। ਰੱਬੀ ਪਿਆਰਿਆਂ ਨੇ ਸਾਨੂੰ ਮਨੁੱਖਾਂ ਨੂੰ ਇਸ ਮਨੁੱਖਾ ਜੀਵਨ ਦੀ ਅਹਿਮੀਅਤ ਸਮਝਾ ਕਿਉਂ ਇਸ ਜੀਵਨ ਬਾਜੀ ਨੂੰ ਜਿੱਤਣ ਤੇ ਇੰਨਾ ਜ਼ੋਰ ਦਿੱਤਾ। ਤਾਂ ਇਹ ਪਹਿਲੂ ਜੋੜਦਾ ਆ ਮੁੱਦਤਾਂ ਪਹਿਲਾਂ ਦੀ ਉਸ ਰਹੱਸ ਨਾਲ, ਜਦੋਂ ਮੂਲ ਤੋਂ ਉਸਦੀ ਅੰਸ਼ ਜੁਦਾ ਹੋ ਇਹਨਾਂ ਪੰਜਾਂ ਤੱਤਾਂ ਦੀ ਕੋਠੜੀ ਵਿੱਚ ਆ ਫਸੀ। ਉਸ ਗਿਆਨ ਦੇ ਪ੍ਰਕਾਸ਼ ਤੋਂ ਉਸਦੀ ਅੰਸ਼ ਇਸ ਕਾਇਆ ਕਲਬੂਤ ਦੀ ਤੱਤ ਮੱਤ ਵਿੱਚ ਪਸਰੇ ਅਗਿਆਨਤਾ ਦੇ ਹਨੇਰੇ ਪਿੱਛੇ ਲੁਪਤ ਹੋ ਗਈ ਤੇ ਫਿਰ ਇਸੇ ਹੀ ਅਗਿਆਨਤਾ ਦੀ ਤੱਤ ਖੇਡ ਨੇ ਮੂਲ ਦੀ ਅੰਸ਼ ਨੂੰ ਉਸ ਮੂਲ ਤੱਕ ਪਹੁੰਚਣ ਦਾ ਰਾਹ ਹੀ ਨਾ ਦਿੱਤਾ।
ਤੇ ਬੰਦਾ ਇਸ ਸੰਸਾਰ ਦੀ ਬਾਹਰੀ ਖੇਡ ਦਾ ਖਿਡਾਰੀ ਬਣ ਬਾਰ-ਬਾਰ ਇਸੇ ਹੀ ਖੇਡ ਨੂੰ ਖੇਡਣ ਤੱਕ ਸੀਮਤ ਹੋ ਕੇ ਰਹਿ ਗਿਆ ਤੇ ਇਸੇ ਹੀ ਕਾਰਨ ਮੂਲ ਦੀ ਅੰਸ਼ ਨੇ ਮੂਲ ਵਿੱਚ ਵਾਪਸੀ ਨਾ ਕੀਤੀ, ਕਿਉਂਕਿ ਅੰਸ਼ ਦੇ ਮੂਲ ਵਿੱਚ ਵਾਪਸ ਪਰਤਣ ਦੇ ਲਈ ਇਨਸਾਨ ਦਾ ਰੂਹਾਨੀ ਖੇਡ ਦੇ ਖਿਡਾਰੀ ਬਣ ਇਸ ਜੀਵਨ ਬਾਜੀ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ। ਤੇ ਜਿਵੇਂ ਇੱਕ ਖਿਡਾਰੀ ਕਿਸੇ ਬਾਹਰੀ ਤਲ ਦੀ ਖੇਡ ਨੂੰ ਖੇਡਣ ਲਈ ਉਸ ਖੇਡ ਦੇ ਬਣਾਏ ਕਾਇਦੇ, ਕਾਨੂੰਨ ਤੇ ਨਿਯਮਾਂ ਨੂੰ ਫੋਲੋ ਕਰਦਾ ਆ, ਇਸੇ ਤਰ੍ਹਾਂ ਰੂਹਾਨੀ ਖੇਡ ਨੂੰ ਖੇਡਣ ਦੇ ਵੀ ਕੁਝ ਨਿਯਮ ਨੇ ਤੇ ਰੂਹਾਨੀ ਖੇਡ ਨੂੰ ਖੇਡਣ ਤੋਂ ਪਹਿਲਾਂ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਬੜੀ ਹੀ ਜ਼ਰੂਰੀ ਆ, ਜਿਨ੍ਹਾਂ ਚੋਂ ਪਹਿਲਾ ਨਿਯਮ ਆ ਮੂਲ ਦੀ ਸ਼ਨਾਖਤ ਤੇ ਫਿਰ ਅਗਲਾ ਸਦਗੁਣਾਂ ਦੀ ਰਹਿਤ ਬਹਿਤ ਵਿੱਚ ਮਨੁੱਖਾ ਜੀਵਨ ਦੀ ਘੜਤ ਘੜਨੀ ਤੇ ਅਖੀਰ ਅੱਖਾਂ ਮੂੰਦ ਕੇ ਧਿਆਨ ਨੂੰ ਆਪਣਾ ਕੋਚ ਬਣਾ ਇਸੇ ਹੀ ਕਾਇਆ ਕੋਠੜੀ ਦੇ ਭੀਤਰ ਜਾ ਰੂਹਾਨੀ ਤਲ ਦੇ ਮੈਦਾਨ ਵਿੱਚ ਉਤਰ ਆਪੋਜ਼ਿਟ ਖਿਡਾਰੀਆਂ, ਕਾਲਪਨਿਕ ਵਿਚਾਰਾਂ, ਖਿਆਲਾਂ, ਵਿਕਾਰਾਂ ਤੇ ਮਨ ਦੀਆਂ ਆਪਹੁਦਰੀਆਂ ਮਨੋਬਿਰਤੀਆਂ ਤੇ ਜਿੱਤ ਪ੍ਰਾਪਤ ਕਰ। ਮੁੱਦਤਾਂ ਤੋਂ ਵਿਛੜੀ ਹੋਈ ਮੂਲ ਦੀ ਅੰਸ਼ ਨੂੰ ਮੂਲ ਤੱਕ ਲੈ ਜਾਣ ਲਈ ਗੁਰੂ ਗੁਰਬਾਣੀ ਦੇ ਸਿਧਾਂਤ ਮਿਲ ਜਗਦੀਸ਼ ਮਿਲਨ ਕੀ ਬਰੀਆ ਤੇ ਪੂਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰ। ਇਸ ਮਨੁੱਖਾ ਦੇਹੀ ਦੇ ਮਿਲੇ ਹੋਏ ਅਵਸਰ ਦੇ ਰਹਿੰਦਿਆਂ ਇਸ ਆਉਣ ਜਾਣ ਦੀ ਭਵਜਲ ਗੇੜੀ ਚੋਂ ਖਲਾਸੀ ਹਾਸਲ ਕਰੀਏ। ਇਸ ਲਈ ਆਓ ਸਾਰੇ ਹੀ ਯਤਨ ਕਰੀਏ ਮੂਲ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੀ ਸਮਝ ਲੈ ਇਸ ਮਨੁੱਖਾ ਦੇਹੀ ਦੇ ਮਿਲੇ ਹੋਏ ਅਵਸਰ ਵਿੱਚ ਸਥੂਲ ਦੀ ਖੇਡ ਤੋਂ ਥੋੜਾ ਅੰਦਰ ਜਾ ਕੇ ਸੂਖਮ ਦੀ ਖੇਡ ਨੂੰ ਖੇਡਦਿਆਂ ਆਪਣੇ ਮੂਲ ਤੱਕ ਪਹੁੰਚਣ ਦਾ ਤੇ ਉਸ ਅਜੀਤ ਪੁਰਖ ਮਾਲਕ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦਾ ਹੱਥ ਫੜ ਇਸ ਮਨੁੱਖਾ ਜੀਵਨ ਦੀ ਮਨੁੱਖਾ ਬਾਜੀ ਤੇ ਜਿੱਤ ਹਾਸਲ ਕਰਨ ਦੀ। ਕਬੀਰ ਸਾਹਿਬ ਆਖਦੇ ਨੇ, ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਸਤਿ ਸ੍ਰੀ ਅਕਾਲ ਜੀ।